अस्सलाम वालेकुम जी। मैं ਤੁਹਾਡਾ ਵੀਰ ਦਾਨੀਆ ਰਾਈ ਤੇ ਅੱਜ ਮੈਂ ਮੌਜੂਦ ਹਾਂ ਆਪਣੇ ਘਰ ਦੇ ਵਿੱਚ ਤੇ ਦੁਕਾਨਾਂ ਨਵੀਆਂ ਤਿਆਰ ਹੋ ਗਈਆਂ ਨੇ, ਜਿਹੜੀਆਂ ਬਣ ਸਕਦੀਆਂ ਸੀ ਉਹ ਬਣਾ ਲਈਆਂ ਨੇ। ਮੈਂ ਤੁਹਾਨੂੰ ਦਿਖਾਣਾ ਵਾਂ, ਲੇਕਿਨ ਹਰ ਮੁਸ਼ਕਲ ਔਰ ਦੁੱਖ ਤਕਲੀਫ ਜਿਹੜੀ ਏ ਉਹ ਅੱਲਾਹ ਪਾਕ ਦੀ ਤਰਫੋਂ ਅਜ਼ਮਾਇਸ਼ ਹੁੰਦੀ ਏ। ਦੁਕਾਨਾਂ ਚਾਰ ਜਿਹੜੀਆਂ ਤਕਰੀਬਨ ਤਿਆਰ ਹੋ ਗਈਆਂ ਨੇ, ਉਹਨਾਂ ਨੂੰ ਸ਼ਟਰ ਵਗੈਰਾ ਵੀ ਲੱਗ ਗਏ ਨੇ, ਲੇਕਿਨ ਉਸ ਤੋਂ ਬਾਅਦ ਨੁਕਸਾਨ ਇੱਕ ਹੋਰ ਹੋ ਗਿਆ ਨਵਾਂ ਕਿ ਇਹ ਜਿਹੜਾ ਸਰਕਾਰੀ ਖਾਲਾ ਸੀਗਾ, ਇਹਦਾ ਪਰਲੀ ਸਾਈਡ ਤੋਂ ਤੇ ਬੰਨਾ ਬਣਿਆ ਹੈ ਪੱਕਾ, ਉਹ ਹਾਲੇ ਤੱਕ ਬਣਿਆ ਹੀ ਹੈ। ਐਕਸੀਵੇਟਰ ਵਾਲਿਆਂ ਨੇ ਉਰਲੀ ਸਾਈਡ ਤੋਂ ਜਦੋਂ ਸੜਕ ਬਣਾਉਣ ਲੱਗੇ ਨੇ, ਉਰਲੀ ਸਾਈਡ ਦੇ ਤੋਂ ਤੋੜ ਦਿੱਤੀ ਸੀਗੀ ਬੰਨੀ। ਉਹਦਾ ਨੁਕਸਾਨ ਕੀ ਹੋਇਆ ਵੀ ਇੱਥੋਂ ਪਾਣੀ ਜਿਹੜਾ ਨਾ ਉਹ ਰਾਤ ਪੈਂਦਾ ਰਿਹਾ ਵਾ ਇਸ ਬੀਮ ਦੇ ਥੱਲੋਂ ਦੀ ਇਸ ਦੀਵਾਰ ਦੇ ਵਿੱਚ। ਤੇ ਇਸ ਜਗ੍ਹਾ ਦੇ ਉੱਤੇ ਇੱਕ ਪੁਰਾਣੇ ਜ਼ਮਾਨੇ 'ਚ ਖੂਹ ਹੁੰਦਾ ਸੀਗਾ, ਬੜਾ ਵੱਡਾ ਪੁਰਾਣਾ ਖੂਹ ਸੀਗਾ। ਉਹ ਖੂਹ ਨੂੰ ਪੂਰ ਕੇ ਤੇ ਵਿੱਚ ਮਿੱਟੀ ਮੁੱਟੀ ਪਾ ਕੇ ਤੇ ਬੜਾ ਉਹਦੇ ਉੱਤੇ ਨਾ ਪੱਕਾ ਕੰਮ ਕੀਤਾ ਸੀਗਾ। ਲੇਕਿਨ ਹੁਣ ਨੁਕਸਾਨ ਜਿਹੜਾ ਏ ਉਹ ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਉਹ ਖੂਹ ਦੇ ਵਿੱਚ ਪਾਣੀ ਪੈਣ ਦੀ ਵਜ੍ਹਾ ਤੋਂ ਨਾ ਹੁਣ ਸਟੋਰ ਵਾਲੀ ਦੀਵਾਰ ਵੀ ਜਿਹੜੀ ਏ ਬਹਿ ਗਈ ਏ ਬਿਲਕੁਲ। ਇਹ ਜੀ ਨੁਕਸਾਨ ਹੋ ਗਿਆ ਨਵਾਂ। ਤੇ ਬਰਹਾਲ ਅੱਲਾਹ ਪਾਕ ਦੀ ਅਜ਼ਮਾਇਸ਼ ਇਹ ਹੁਣ ਫਿਲਹਾਲ ਕੰਮ ਸਾਰੇ ਰੋਕ ਦਿੱਤੇ ਨੇ ਕਿ ਜਦੋਂ ਤੱਕ ਰੋਡ ਮੁਕੰਮਲ ਨਹੀਂ ਨਾ ਹੋ ਜਾਂਦਾ ਉਦੋਂ ਤੱਕ ਕੋਈ ਕੰਮ ਨਾ ਕਰੀਏ ਤੇ ਉਹਦੇ ਵਿੱਚ ਜ਼ਿਆਦਾ ਬਿਹਤਰੀ ਹੈ, ਕਿਉਂਕਿ ਨਾਲ ਦੀ ਨਾਲ ਕੰਮ ਕਰਦੇ ਜਾ ਰਹੇ ਹਾਂ ਤੇ ਪਿੱਛੇ ਜਿਹੜਾ ਨਾ ਨਵੇਂ ਤੋਂ ਨਵਾਂ ਨੁਕਸਾਨ ਉਹ ਹੁੰਦਾ ਜਾ ਰਿਹਾ। ਇਹ ਹੁਣ ਰੋਡ ਮੁਕੰਮਲ ਹੋਏਗਾ, ਉਹ ਰੋਡ ਮੁਕੰਮਲ ਹੋਣ ਤੋਂ ਬਾਅਦ ਫਿਰ ਅਸੀਂ ਅੱਲਾਹ ਖੈਰ ਕਰੇ ਇਸ ਦੀਵਾਰ ਦਾ ਕੰਮ ਸ਼ੁਰੂ ਕਰਾਂਗੇ। ਨਵੀਂ ਬਣਾਉਣੀ ਪਏਗੀ ਉਮੀਦ ਹੈ, ਕਿਉਂਕਿ ਇਹ ਦੀਵਾਰ ਦਾ ਹੁਣ ਰਿਪੇਅਰ ਕਰਨਾ ਜਿਹੜਾ ਉਹ ਨਾਮੁਮਕਿਨ ਹੈ, ਕਿਉਂਕਿ ਜਿਹੜਾ ਖੂਹ ਸੀਗਾ ਥੱਲੇ, ਖੂਹ ਦੇ ਵਿੱਚ ਪਾਣੀ ਪਿਆ ਵਾ, ਉਹਦੀ ਮਿੱਟੀ ਜ਼ਹਿਰੀ ਗੱਲ 5-10 ਸਾਲ ਸੁਣਿਆ ਕਿ ਮਿੱਟੀ ਬਹਿੰਦੀ ਰਹਿੰਦੀ ਏ, ਉਹਦੀ ਮਿੱਟੀ ਬਹਿ ਗਈ ਏ ਤੇ ਉਸ ਵਜ੍ਹਾ ਤੋਂ ਹੁਣ ਦੀਵਾਰ 'ਚ ਬਹਿ ਗਈ ਏ। ਇਹਦਾ ਕੋਈ ਹੱਲ ਅਗਰ ਕਿਸੇ ਕੋਲ ਹੈ ਤੇ ਉਹ ਦੱਸੇ, ਅਗਰ ਨਹੀਂ ਤੇ ਫਿਰ ਇਹੀ ਹੱਲ ਹੈ ਕਿ ਦੀਵਾਰ ਪੱਟ ਕੇ ਤੇ ਨਵੇਂ ਸਿਰੇ ਫੇਰ ਕਰਨੀ ਪਏਗੀ। ਇਹ ਦਰਵਾਜ਼ਾ ਗੇਟ ਜਿਹੜਾ ਵਾ ਜ਼ਹਿਰੀ ਗੱਲ ਉਹ ਅੱਗੇ ਲੱਗਾ ਸੀਗਾ ਤੇ ਪੱਟ ਕੇ ਦੁਬਾਰਾ ਇੱਥੇ ਲਾਇਆ ਤੇ ਹੁਣ ਇਹ ਗੇਟ ਵਾਲਾ ਵੀ ਕੰਮ ਜਿਹੜਾ ਨਾ ਉਹ ਹੋ ਗਿਆ ਖਰਾਬ। ਗੇਟ ਹੁਣ ਪੱਕਾ ਜਿਹੜਾ ਨਾ ਇੱਥੇ ਇੱਕ ਸਾਈਡ ਦਾ ਖੜੋ ਗਿਆ ਕਿਉਂਕਿ ਥੱਲੇ ਬਹਿ ਗਿਆ। ਬਾਕੀ ਜੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਰੋਡ ਜਿਹੜਾ ਵਾ ਹੁਣ ਰੋਡ ਵਾਲੀ ਮੁਸੀਬਤ ਗਲੇ ਪਈ ਏ, ਇਹ ਖ਼ਤਮ ਹੋਏਗੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਕੋਈ ਹੱਲ ਹੋ ਸਕਦਾ ਹੈ।